ਪੋਲੂਸ਼ਨ ਹੁਣ ਧਰਤੀ ਦੇ ਉੱਤੇ ਨਹੀਂ ਬਲਕਿ ਮਾਂ ਦੇ ਗਰਭ ਦੇ ਵਿੱਚ ਵੀ ਪ੍ਰਵੇਸ਼ ਕਰ ਚੁੱਕਿਆ ਹੈ ਤੇ ਜਿਹੜਾ ਬੱਚਾ ਜਨਮ ਲੈਣ ਤੋਂ ਪਹਿਲਾਂ ਹੀ ਪ੍ਰਦੂਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹਦਾ ਭਵਿੱਖ ਕੀ ਹੋਏਗਾ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਚੰਡੀਗੜ੍ਹ ਦੇ ਇੱਕ ਆਰਗੇਨਾਈਜੇਸ਼ਨ ਹੈ ਉਸਨੇ ਅੱਜ ਪੋਲੂਸ਼ਨ ਲੈ ਕੇ ਇੱਥੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਤੇ ਇਸ ਵੇਲੇ ਸਾਡੇ ਨਾਲ ਡਾਕਟਰ ਦਿਲਜੋਤ ਸਿੰਘ ਬੇਦੀ ਮੌਜੂਦ ਨੇ ਜਿਨ੍ਹਾਂ ਨੂੰ ਪਲਾਸਟਿਕ ਨੂੰ ਲੈ ਕੇ ਇੱਕ ਬਹੁਤ ਵੱਡੀ ਇੱਕ ਰਿਸਰਚ ਅੱਜ ਸਾਂਝਾ ਕੀਤੀ ਹੈ। ਡਾਕਟਰ ਸਾਹਿਬ, ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਬੱਚਾ ਹੈ ਜਿਹੜਾ ਗਰਭ ਦੇ ਵਿੱਚ ਪਲ ਰਿਹਾ ਹੈ ਉਹ ਵੀ ਪੋਲੂਸ਼ਨ ਦਾ ਸ਼ਿਕਾਰ ਹੋ ਸਕਦਾ ਹੈ? ਹਾਂਜੀ, ਲਿਵਿੰਗ ਨਿਊਜ਼ ਦਾ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ, ਮੈਨੂੰ ਮੌਕਾ ਦੇਣ ਲਈ, ਇਹ ਇਨਫੋਰਮੇਸ਼ਨ ਨੂੰ ਸਾਰਿਆਂ ਨਾਲ ਸਾਂਝਾ ਕਰਨ ਦੇ ਲਈ ਮੌਕਾ ਦਿੱਤਾ ਹੈ। ਜਿਹੜਾ ਅੱਜ ਤੋਂ 3-4 ਮਹੀਨੇ ਪਹਿਲਾਂ ਇੱਕ ਸਾਨੂੰ ਨਿਊਜ਼ ਪਤਾ ਲੱਗੀ, ਇਟਲੀ ਦੇ ਵਿੱਚ ਰਿਸਰਚ ਹੋਈ ਕਿ ਮਾਂ ਦਾ ਜਿਹੜਾ ਗਰਭ ਹੈ ਉਹਦੇ ਵਿੱਚ ਪਲਾਸਟਿਕ ਦੇ ਹਿੱਸੇ ਅੰਸ਼ ਪਾਏ ਗਏ। ਇਹਨਾਂ ਨੂੰ ਅਸੀਂ ਮਾਈਕਰੋ ਪਲਾਸਟਿਕ ਕਹਿੰਦੇ ਹਾਂ। ਇੱਕ ਬਹੁਤ ਛੋਟਾ ਪਲਾਸਟਿਕ ਦਾ ਅੰਸ਼ ਹੁੰਦੇ ਹਨ, ਇਹ ਮਾਂ ਦੇ ਗਰਭ ਦੇ ਵਿੱਚ ਪਾਏ ਗਏ। ਜਦ ਇਹ ਮਾਂ ਦੇ ਪਲਾਸਟਿਕ ਜਿਹੜਾ ਹਵਾ ਦੇ ਵਿੱਚੋਂ ਦੀ ਹੁੰਦਾ ਹੋਇਆ ਮਾਂ ਦੇ ਗਰਭ ਦੇ ਵਿੱਚ ਪਹੁੰਚ ਗਿਆ ਹੈ, ਉੱਥੇ ਜਾ ਕੇ ਇਸਨੇ ਇੱਕ ਰਿਐਕਸ਼ਨ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉੱਥੇ ਜਾ ਕੇ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੇ ਬੱਚਿਆਂ ਦਾ ਵਜ਼ਨ ਘੱਟ ਹੋ ਰਿਹਾ, ਬੱਚਿਆਂ ਦਾ ਜਿਹੜਾ ਪੈਦਾਇਸ਼ੀ ਵਜ਼ਨ ਘੱਟ ਹੁੰਦਾ ਹੈ ਜਾਂ ਟਾਈਮ ਤੋਂ ਪਹਿਲਾਂ ਪੈਦਾ ਹੋ ਜਾਂਦੇ ਹਨ ਤੇ ਜੇ ਪੈਦਾਇਸ਼ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਨਿਊਰੋਲੋਜੀਕਲ ਬ੍ਰੇਨ ਦੀਆਂ ਪ੍ਰੋਬਲਮਸ ਵੱਧ ਰਹੀਆਂ ਹਨ। ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਚੀਜ਼ ਜਿਹੜੀ ਹੈ ਪਲਾਸਟਿਕ ਦਾ ਗਰਭ ਦੇ ਵਿੱਚ ਪਹੁੰਚਣਾ ਜਿਹੜਾ ਹੈ ਇਸ ਦੇ ਵਿੱਚ ਇਹਦਾ ਹਿੱਸਾ ਹੋ ਸਕਦਾ ਹੈ। ਸੋ ਇਹ ਗੱਲ ਹਜੇ ਨਵੀਂ ਹੈ, ਹਜੇ ਇਹ ਐਂ ਕਹਿ ਲਓ ਕਿ ਹਜੇ ਸਾਡੀ ਇਨਫੋਰਮੇਸ਼ਨ ਰਿਸਰਚ ਹਜੇ ਸਟਾਰਟ ਹੋਈ ਹੈ ਇਸ ਪਾਸੇ। ਸੋ ਸਾਨੂੰ ਇਹ ਲੱਗ ਰਿਹਾ ਕਿ ਪੋਲੂਸ਼ਨ ਜਿਹੜਾ ਵਾਤਾਵਰਨ ਦਾ ਕੰਟੈਮੀਨੇਸ਼ਨ ਹੈ, ਇਹ ਬੱਚੇ ਦੀ ਆਪਾਂ ਨੂੰ ਸ਼ੁਰੂ 'ਚ ਇੱਦਾਂ ਲੱਗਦਾ ਸੀ ਸਾਡੇ ਫੇਫੜੇ ਖਰਾਬ ਹੁੰਦੇ ਆ, ਦਿਲ ਦਾ ਰੋਗ ਹੁੰਦਾ, ਪਰ ਨਹੀਂ, ਇਹ ਹੁਣ ਸਾਨੂੰ ਪਤਾ, ਇਹ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਇਹ ਤਾਂ ਜਿਹੜਾ ਸਾਨੂੰ ਵਾਤਾਵਰਨ ਦੀ ਪੋਲੂਸ਼ਨ ਹੈ ਇਹ ਸਾਨੂੰ ਗਰਭ ਦੇ ਵਿੱਚੋਂ ਹੀ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਇਨਸਾਨ ਨੂੰ। ਜਿਹੜੀ ਮਾਈਕਰੋ ਪਲਾਸਟਿਕ ਹੈ ਉਹ ਕਿਸ ਫਾਰਮ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਪ੍ਰਵੇਸ਼ ਕਰ ਸਕਦੀ ਹੈ ਜਾਂ ਹਿਊਮਨ ਬੋਡੀ ਦੇ ਵਿੱਚ ਜਾ ਸਕਦੀ ਹੈ? ਦੇਖੋ, ਇਹ ਸਾਨੂੰ ਹਜੇ ਪਤਾ ਲੱਗਿਆ ਕਿ ਮਾਈਕਰੋ ਪਲਾਸਟਿਕ ਪਹੁੰਚ ਗਿਆ, ਉਹ ਕਿਸੇ ਵੀ ਸੋਰਸ ਤੋਂ ਪਹੁੰਚ ਸਕਦਾ ਹੈ। ਹੋ ਤਾਂ ਜ਼ਿਆਦਾ ਇਹ ਮੈਂ ਕਹਿਣਾ ਚਾਹੁੰਦਾ, ਸਾਹ ਦੇ ਵਿੱਚ ਵੀ ਮਾਈਕਰੋ ਪਲਾਸਟਿਕ ਦੇ ਫਾਈਬਰ ਹੁੰਦੇ ਹਨ। ਅਸੀਂ ਸੋਚਦੇ ਹਾਂ ਕਿ ਸਾਹ ਦੇ ਵਿੱਚ ਸ਼ਾਇਦ ਪਲਾਸਟਿਕ ਇੱਥੋਂ ਉੱਡ ਕੇ ਆ ਜਾਏਗਾ, ਪਰ ਨਹੀਂ। ਮਾਈਕਰੋ ਪਲਾਸਟਿਕ ਜਿਹੜਾ ਹੈ, ਜਦੋਂ ਅਸੀਂ ਪਲਾਸਟਿਕ ਨੂੰ ਅੱਗ ਲਗਾਉਂਦੇ ਹਾਂ ਜਾਂ ਉਹਦੇ ਬਰੀਕ ਹਿੱਸੇ ਹੁੰਦੇ ਹਨ, ਉਹ ਹਵਾ ਦੇ ਵਿੱਚ ਵੀ ਫੈਲਦੇ ਹਨ। ਉਸ ਦੇ ਵਿੱਚੋਂ ਉਹ ਸਾਡੇ ਬਲੱਡ ਦੇ ਵਿੱਚ, ਫੇਫੜਿਆਂ 'ਚ ਜਾ ਸਕਦੇ ਹਨ, ਉੱਥੋਂ ਸਾਡੇ ਖੂਨ ਦੇ ਵਿੱਚ ਜਾ ਸਕਦੇ ਹਨ। ਬਾਕੀ ਖਾਣੇ ਦੇ ਵਿੱਚ ਵੀ ਪਲਾਸਟਿਕ ਜਿਹੜਾ ਹੈ, ਸਾਡਾ ਅੱਜ ਕੱਲ੍ਹ ਦਾ ਚਲਨ ਹੋ ਗਿਆ ਪਲਾਸਟਿਕ ਦੀ ਪਲੇਟਾਂ ਦੇ ਵਿੱਚ ਖਾਣਾ ਦਾ, ਗਲਾਸਾਂ ਦੇ ਪਲਾਸਟਿਕ ਦੇ ਵਿੱਚ ਪਲੇਟਾਂ ਦੇ ਜਾਂ ਗਲਾਸਾਂ ਦੇ ਵਿੱਚ ਚਾਹ ਪੀਣ ਦਾ, ਇਹਦੇ ਥਰੂ ਵੀ ਇਹ ਮਾਂ ਦੇ ਸਿਸਟਮ ਦੇ ਵਿੱਚ ਜਾ ਸਕਦੇ ਹਨ। ਜ਼ਰੂਰੀ ਨਹੀਂ ਗਰਭ ਦੇ ਵੇਲੇ ਹੀ ਇਹ ਰਿਸਕ ਹੈ। ਜਿਹੜੀ ਔਰਤ ਹੈ, ਜਿਹੜੀ ਲੜਕੀ ਹੈ, ਜੇ ਉਹ ਸ਼ੁਰੂ ਤੋਂ ਸੇਵਨ ਕਰਦੀ ਹੈ, ਇਹ ਪਲਾਸਟਿਕ ਦੀ ਇੱਕ ਖਾਸੀਅਤ ਹੈ, ਖਰਾਬ ਨਹੀਂ ਹੁੰਦਾ, ਇਹ ਸਿਸਟਮ ਦੇ ਵਿੱਚ ਘੁੰਮਦਾ ਹੀ ਰਹਿੰਦਾ ਹੈ। ਸੋ ਮੇਰੇ ਖਿਆਲ ਦੇ ਨਾਲ ਸਾਨੂੰ ਸ਼ੁਰੂ ਤੋਂ ਹੀ ਪਰਹੇਜ਼ ਰੱਖਣਾ ਚਾਹੀਦਾ ਹੈ। ਇਹ ਪਲਾਸਟਿਕ ਦਾ ਯੂਜ਼ ਜਿਹੜਾ ਐਟਲੀਸਟ ਸਾਡੇ ਖਾਣ ਪੀਣ ਦੇ ਵਿੱਚ ਇਹਨੂੰ ਘਟਾਉਣਾ ਚਾਹੀਦਾ ਹੈ ਤੇ ਵਰਤੋਂ ਦੇ ਵਿੱਚ ਵੀ ਪਲਾਸਟਿਕ ਜਿਹੜਾ ਸਾਨੂੰ ਘੱਟ ਕਰ ਦੇਣਾ ਚਾਹੀਦਾ। ਅਲਟੀਮੇਟਲੀ ਘੁੰਮ ਫਿਰ ਕੇ ਉਹ ਸਾਡੇ ਸਾਹ ਦੇ ਵਿੱਚ ਜਾਂ ਫੇਫੜਿਆਂ ਦੇ ਵਿੱਚ ਉਹ ਕਿਸੇ ਤਰੀਕੇ ਨਾਲ ਪਹੁੰਚ ਹੀ ਜਾਏਗਾ, ਅਸੀਂ ਭਾਵੇਂ ਇਹਨੂੰ ਜਿੰਨਾ ਮਰਜ਼ੀ ਦੂਰ ਸੁੱਟ ਦਈਏ। ਜਿਵੇਂ ਡਾਕਟਰ ਸਾਹਿਬ ਪਲਾਸਟਿਕ ਦੀ ਕਰੋਕਰੀ ਅਸੀਂ ਯੂਜ਼ ਕਰਦੇ ਹਾਂ ਜਾਂ ਫਿਰ ਗਰਮ ਪਲਾਸਟਿਕ ਦੇ ਵਿੱਚ ਖਾਣਾ ਵੀ ਪੈਕ ਕਰਕੇ ਲਿਆਉਂਦੇ, ਕੀ ਇਹ ਚੀਜ਼ਾਂ ਵੀ ਖਤਰਨਾਕ ਨੇ? ਦੇਖੋ, ਹਾਂਜੀ, ਇਹ ਹਜੇ ਸਾਨੂੰ ਡਾਇਰੈਕਟ ਕੋਈ ਐਵੀਡੈਂਸ ਤਾਂ ਨਹੀਂ, ਪਰ ਓਬਵੀਅਸਲੀ ਇਹ ਗੱਲ ਇਹ ਹੈ ਵੀ ਪਲਾਸਟਿਕ ਆ ਕਿੱਥੋਂ ਰਿਹਾ ਹੈ ਤਾਂ ਇਹੀ ਸੋਰਸ ਹੈ ਸਾਡੇ ਜਿਹੜੇ ਆਮ ਅਸੀਂ ਪਲਾਸਟਿਕ ਦੇ ਘਰਾਂ 'ਚ ਲਿਫਾਫੇ ਯੂਜ਼ ਕਰ ਰਹੇ ਹਾਂ, ਕਰੋਕਰੀ ਯੂਜ਼ ਕਰ ਰਹੇ ਹਾਂ, ਚਮਚੇ, ਗਲਾਸ, ਕੱਪ, ਇਹ ਸਾਰਾ ਕੁਝ ਜੇ ਅਸੀਂ ਪਲਾਸਟਿਕ ਦਾ ਯੂਜ਼ ਕਰਦੇ ਹਾਂ, ਅਸੀਂ ਉਹਨਾਂ ਨੂੰ ਕਰਨਾ ਕਿ ਸਾਡੀ ਤਾਂ ਨਜ਼ਰਾਂ ਤੋਂ ਅਸੀਂ ਸੁੱਟ ਦਿੰਦੇ ਹਾਂ। ਅਸੀਂ ਸੋਚਦੇ ਹਾਂ ਵੀ ਇਹ ਤਾਂ ਗੰਦ ਦੇ ਡੱਬੇ 'ਚ ਮੈਂ ਸੁੱਟ ਦਿੱਤਾ, ਪਰ ਉਹ ਇਦਾਂ ਨਹੀਂ ਹੈ। ਉਹ ਜਾਏਗਾ ਕਿੱਥੇ? ਉਹ ਇੱਕ ਗੰਦ ਦੇ ਢੇਰ ਦੇ ਵਿੱਚ ਜਾਏਗਾ, ਉਹਦੇ ਵਿੱਚ ਬਾਅਦ ਦੇ ਵਿੱਚ ਉਹਨੂੰ ਜਲਾ ਦਿੱਤਾ ਜਾਏਗਾ ਜਾਂ ਉਹਨੂੰ ਰੀਸਾਈਕਲ ਕਰ ਦਿੱਤਾ ਜਾਏਗਾ। ਜੇ ਇਸ ਪ੍ਰੋਸੈਸ ਦੇ ਵਿੱਚ ਜਦੋਂ ਪਲਾਸਟਿਕ ਦੀ ਕੱਟ-ਫਟ ਹੁੰਦੀ ਹੈ ਜਾਂ ਉਹਨੂੰ ਜਲਾਇਆ ਜਾਂਦਾ, ਉਹ ਘੁੰਮ ਕੇ ਹਵਾ ਦੇ ਵਿੱਚ ਪਹੁੰਚ ਜਾਂਦਾ, ਉਹ ਘੁੰਮ ਕੇ ਫਿਰ ਸਾਰਿਆਂ ਦੇ ਫੇਫੜਿਆਂ ਦੇ ਵਿੱਚ ਪਹੁੰਚ ਜਾਂਦਾ। ਸਾਨੂੰ ਲੱਗਦਾ ਵੀ ਅਸੀਂ ਤਾਂ ਸੁੱਟਦਾ, ਪਰ ਸੁੱਟਦਾ ਨਹੀਂ, ਘੁੰਮ ਫਿਰ ਕੇ ਉਹ ਫਿਰ ਸਾਡੇ ਗਲਤ ਰਸਤੇ ਵਿੱਚ ਸਾਡੇ ਸਰੀਰ ਦੇ ਵਿੱਚ ਫਿਰ ਵੀ ਘੁਸ ਜਾਂਦਾ ਹੈ। ਡਾਕਟਰ ਸਾਹਿਬ, ਵੈਸੇ ਤਾਂ ਸਭ ਨੂੰ ਹੀ ਇੱਦਾਂ ਪਰਹੇਜ਼ ਕਰਨਾ ਚਾਹੀਦਾ ਹੈ, ਆਪਣੇ ਸਰੀਰ ਨੂੰ, ਹਿਊਮਨ ਬੋਡੀ ਦੇ ਲਈ ਨੁਕਸਾਨਦਾਇਕ ਪਲਾਸਟਿਕ ਹੈਗਾ। ਲੇਕਿਨ ਜੇਕਰ ਅਸੀਂ ਸਪੈਸ਼ਲੀ ਗੱਲ ਕਰੀਏ, ਤੁਸੀਂ ਵੀ ਚਾਈਲਡ ਸਪੈਸ਼ਲਿਸਟ ਹੋ, ਕਿ ਕਿਵੇਂ ਜਿਹੜੀ ਮਾਤਾਵਾਂ ਨੇ, ਗਰਭਵਤੀ ਮਾਤਾਵਾਂ ਨੇ, ਉਹਨਾਂ ਨੂੰ ਕਿਵੇਂ ਬਚਾਇਆ ਜਾਏ ਕਿ ਤਾਂ ਕਿ ਉਹ ਉਸ ਵੇਲੇ ਤੋਂ ਘੱਟੋ ਘੱਟ ਆਪਣਾ ਬਚਾਅ ਰੱਖੇ ਤਾਂ ਕਿ ਜਿਹੜਾ ਬੱਚਾ ਉਹ ਸਵਸਥ ਪੈਦਾ ਹੋ ਸਕੀਏ? ਹਾਂ, ਦੇਖੋ, ਇਹਦੇ ਵਿੱਚ ਇਸ ਤਰ੍ਹਾਂ ਹੀ ਮੈਂ ਦੱਸਿਆ ਕਿ ਇੱਕ ਔਰਤ, ਆਪਾਂ ਸੋਚਦੇ ਹਾਂ ਕਿ ਸ਼ਾਇਦ ਉਸੇ ਵੇਲੇ ਹੀ ਉਹਨੂੰ ਗਰਭ ਤੋਂ ਜਾਂ ਉਹਦੇ ਆਸ-ਪਾਸ ਗਰਭ ਧਾਰਨ ਦੇ ਵਿੱਚ ਜ਼ਿਆਦਾ ਪਰਹੇਜ਼ ਰੱਖਣਾ ਚਾਹੀਦਾ, ਪਰ ਇਹ ਸਿਸਟਮ ਤਾਂ ਬਚਪਨ ਤੋਂ ਹੀ ਹੈ। ਭਾਵੇਂ ਔਰਤ ਹੈ, ਔਰਤ ਜਦੋਂ ਬੱਚਾ ਤਾਂ ਸ਼ਾਇਦ ਉਹਦਾ 25, 26, 27, 30 ਸਾਲ ਦੀ ਉਮਰ 'ਚ ਹੋਏਗਾ ਜਾਂ ਉਸ ਤੋਂ ਆਸ-ਪਾਸ ਹੋਏਗਾ, ਲੇਕਿਨ ਸਿਸਟਮ ਦੇ ਵਿੱਚ ਸਮਝੋ ਇੱਕ ਛੋਟੀ ਬੱਚੀ ਪੈਦਾ ਹੁੰਦੀ ਹੈ, ਜੇ ਉਹਦੇ ਸਿਸਟਮ 'ਚ ਪਲਾਸਟਿਕ ਵੜਨਾ ਸ਼ੁਰੂ ਹੁੰਦਾ, ਉਹ ਜਾਂਦਾ ਨਹੀਂ, ਉਹਦੇ ਵਿੱਚੋਂ ਇਕੱਠਾ ਹੀ ਹੁੰਦਾ ਜਾਏਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪਰਹੇਜ਼ ਹੈ ਇਹ ਤਾਂ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਤੇ ਇਹ ਨਹੀਂ ਉਹ ਬੱਚੇ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਸਾਡੀ ਹੈ।
ਜੋ ਅਸੀਂ ਪਲਾਸਟਿਕ ਦੀ ਵਰਤੋਂ ਕਰਦਾ ਉਹ ਘੁੰਮ ਫਿਰ ਕੇ ਕਿਸੇ ਨਾ ਕਿਸੇ ਬੱਚੀ ਦੇ ਵਿੱਚ ਜਾ ਹੀ ਰਿਹਾ। ਅੱਧੀ ਪੋਪੂਲੇਸ਼ਨ ਫੀਮੇਲਸ ਦੀ ਹੈ, ਤੁਸੀਂ ਅੰਦਾਜ਼ਾ ਲਗਾਓ। ਸੋ ਸਾਰਿਆਂ ਨੂੰ, ਬੰਦਿਆਂ ਨੂੰ, ਛੋਟਿਆਂ ਨੂੰ, ਬੱਚਿਆਂ ਨੂੰ, ਵੱਡਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਜ਼ਿੰਮੇਵਾਰ ਹੋਣਾ ਹੈ। ਪਲਾਸਟਿਕ ਦਾ ਯੂਜ਼ ਘੱਟ ਕਰਨਾ ਪਏਗਾ ਤੇ ਹੋ ਸਕੇ ਤੇ ਅਸੀਂ ਇਹਨੂੰ ਬਿਲਕੁਲ ਘੱਟੋ ਘੱਟ ਤੇ ਲੈ ਕੇ ਆਣਾ ਹੈ। ਸਾਡਾ ਇਹੀ ਟੀਚਾ ਹੈ ਅੱਗੇ ਆਉਣ ਵਾਲੇ ਟਾਈਮ 'ਚ। ਸ਼ੁਕਰੀਆ। ਐਸੀ ਡਾਕਟਰ ਦਿਲਜੋਤ ਸਿੰਘ ਬੇਦੀ ਜਿਨ੍ਹਾਂ ਨੂੰ ਬੜੀ ਹੀ ਚੌਂਕਾਉਣ ਵਾਲੀ ਗੱਲਾਂ ਕੀਤੀ। ਉਹਨਾਂ ਨੂੰ ਕਿਹਾ ਕਿ ਜਿਹੜਾ ਮਾਂ ਦਾ ਗਰਭ ਹੈ ਉਹਦੇ ਵਿੱਚ ਵੀ ਪਲਾਸਟਿਕ ਜਾਣ ਲੱਗ ਪਿਆ, ਯਾਨੀ ਕਿ ਮਾਂ ਦਾ ਜਿਹੜਾ ਗਰਭ ਹੈ ਜਿਹਦੇ ਵਿੱਚ ਇੱਕ ਭਰੂਣ ਜਿਹੜਾ ਪਲਦਾ ਹੈ ਤੇ ਉਹ ਇਨਸਾਨ ਦੇ ਇੱਕ ਬੱਚੇ ਦੇ ਫਾਰਮ ਦੇ ਵਿੱਚ ਬਾਹਰ ਆਉਂਦਾ ਹੈ, ਉਹ ਵੀ ਉਸ ਪੋਲੂਸ਼ਨ ਤੋਂ ਅਛੂਤਾ ਨਹੀਂ ਹੈ। ਤੇ ਜੇਕਰ ਹਾਲਾਤ ਇਹੋ ਜਿਹੇ ਰਹੇ ਤੇ ਆਉਣ ਵਾਲੀ ਪੀੜ੍ਹੀ ਕਿਵੇਂ ਸਵਸਥ ਰੂਪ ਤੇ ਜਨਮ ਲਵੇਗੀ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਕਿਵੇਂ ਸਵਸਥ ਹੋਏਗੀ, ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ। ਕੈਮਰਾਮੈਨ ਹਿਤੇਸ਼ ਦੇ ਨਾਲ ਰਾਜੇਸ਼ ਚੌਹਾਨ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।